ਇਹ ਮਹਾਂਪੁਰਸ਼ ਬਿਲਕੁਲ ਠੀਕ ਕਹਿ ਰਹੇ ਹਨ। ਜਾਗ ਲਿਹੋ ਰੇ ਮਨਾ, ਜਾਗ ਲਿਹੋ ਕਹਾਂ ਗਾਫਲ ਸੋਇਆ। ਜਾਗਣਾ ਹੈ। ਤੇ ਜਾਗਣਾ ਕਿਹਦੇ ਪ੍ਰਤੀ ਹੈ? ਹੁਣ ਤੁਸੀਂ ਜਾਗੇ ਹੋਏ ਹੋ ਸੰਸਾਰ ਪ੍ਰਤੀ। ਸੰਸਾਰ ਖਿਆਲ ਵਿੱਚ ਹੈ, ਸੰਸਾਰ ਵਿਚਾਰ ਵਿੱਚ ਹੈ, ਸੰਸਾਰ ਨੂੰ ਦੇਖ ਰਹੇ ਹੋ, ਸੰਸਾਰ ਬਾਰੇ ਸੋਚ ਰਹੇ ਹੋ। ਸੰਸਾਰ ਪ੍ਰਤੀ ਜਾਗੇ ਹੋਏ ਹੋ ਨਾ। ਤੇ ਰਾਤ ਨੂੰ ਤੁਸੀਂ ਸੁਪਨਿਆਂ ਦੇ ਪ੍ਰਤੀ ਜਾਗੇ ਹੋਏ ਹੁੰਦੇ ਹੋ, ਸੁਪਨੇ ਦੇਖਦੇ ਹੋ। ਤੇ ਤੀਸਰੀ ਅਵਸਥਾ ਹੈ ਜਿਹਦੇ ਵਿੱਚ ਤੁਸੀਂ ਮੂਰਛਿਤ ਹੋ ਜਾਂਦੇ ਹੋ, ਬਿਲਕੁਲ ਬੇਹੋਸ਼। ਸੁਸ਼ੁਪਤੀ ਦੀ ਅਵਸਥਾ ਤੇ ਉਹ ਬਹੁਤ ਥੋੜ੍ਹੀ ਹੁੰਦੀ ਹੈ। ਉੱਥੇ ਨਾ ਸੰਸਾਰ ਪ੍ਰਤੀ ਜਾਗੇ ਹੋਏ ਹੋ, ਨਾ ਆਪਣੇ ਪ੍ਰਤੀ ਜਾਗੇ ਹੋਏ ਹੋ, ਤੇ ਨਾ ਹੀ ਸੁਪਨਿਆਂ ਦੇ ਪ੍ਰਤੀ ਜਾਗੇ ਹੋਏ ਹੋ। ਫਿਰ ਤੁਸੀਂ ਸੁਪਨਿਆਂ ਦੇ ਪ੍ਰਤੀ ਜਾਗਦੇ ਹੋ ਕਾਫੀ ਲੰਬਾ ਸਮਾਂ, ਉਸ ਤੋਂ ਵੀ ਲੰਬਾ ਸਮਾਂ ਸੰਸਾਰ ਦੇ ਪ੍ਰਤੀ ਜਾਗਦੇ ਹੋ, ਦਿਨ ਦਾ ਜਾਗਰਣ। ਤੇ ਆਪਣੇ ਪ੍ਰਤੀ ਨਹੀਂ ਤੁਸੀਂ ਜਾਗਦੇ ਹੋ। ਤੇ ਜਿਹੜਾ ਆਪਣੇ ਪ੍ਰਤੀ ਜਾਗਣ ਲੱਗ ਜਾਂਦਾ ਹੈ, ਉਹਦਾ ਫਿਰ ਸੰਸਾਰ ਦੇ ਪ੍ਰਤੀ ਸੌਣਾ ਹੋ ਜਾਂਦਾ ਹੈ, ਇੱਦਾਂ ਕਹਿ ਸਕਦੇ ਆਪਾਂ। ਧਿਆਨ ਹਟਣਾ ਕਹਿ ਸਕਦੇ ਹੋ ਸਕਦਾ। ਜਿਵੇਂ ਸੁਪਨੇ 'ਚ ਕੋਈ ਜਾਗ ਗਿਆ ਤੇ ਸੁਪਨੇ ਨੂੰ ਫਿਰ ਸੁਪਨਾ ਸਮਝੇਗਾ ਨਾ, ਫਿਰ ਵੈਸਾ ਧਿਆਨ ਥੋੜ੍ਹੀ ਲੱਗੇਗਾ ਉਹਦਾ ਜੈਸਾ ਸੁਪਨੇ ਦੇ ਵਿੱਚ ਲੱਗਾ ਹੋਇਆ ਸੀ। ਡਰਦਾ ਸੀ, ਹੱਸਦਾ ਸੀ, ਭੈਭੀਤ ਹੁੰਦਾ ਸੀ। ਜਦੋਂ ਪਤਾ ਲੱਗ ਗਿਆ ਸੁਪਨਾ ਹੈ, ਭਾਵੇਂ ਦੇਖੀ ਵੀ ਜਾਵੇ, ਫਿਰ ਤਾਂ ਕੁਛ ਵੀ ਨਹੀਂ ਨਾ ਹੋਵੇਗਾ, ਕਹੇਗਾ ਸੁਪਨਾ ਹੈ, ਹੱਸੇਗਾ। ਸਗੋਂ ਕੋਈ ਮਰ ਜਾਵੇਗਾ ਤਾਂ ਹੱਸੇਗਾ ਵੀ ਸੁਪਨੇ 'ਚ ਮਰ ਰਹੇ ਲੋਕ। ਦੇਖੋ ਕਈਆਂ ਦੇ ਸੁਪਨੇ 'ਚ ਮਰਦੇ ਵੀ ਲੋਕ ਦਿਖਾਈ ਦਿੰਦੇ ਵੀ ਮਰ ਰਹੇ, ਦੇਖੋ। ਤੁਹਾਨੂੰ ਕੋਈ ਚਿੰਤਾ ਨਹੀਂ, ਕਿਉਂਕਿ ਸੁਪਨਾ ਹੈ। ਇੱਦਾਂ ਹੀ ਸੰਸਾਰ ਪ੍ਰਤੀ ਕੋਈ ਜਾਗ ਗਿਆ ਤੇ ਸੰਸਾਰ ਸੁਪਨਾ ਹੋ ਜਾਂਦਾ ਹੈ। ਨਹੀਂ, ਆਪਣੇ ਪ੍ਰਤੀ ਜਾਗ ਗਿਆ ਕੋਈ, ਫਿਰ ਸੰਸਾਰ ਸੁਪਨਾ ਹੁੰਦਾ ਹੈ। ਤੇ ਸੁਪਨੇ, ਰਾਤ ਦੇ ਸੁਪਨੇ ਤੋਂ ਜਦੋਂ ਤੁਸੀਂ ਜਾਗਦੇ ਹੋ, ਉਦੋਂ ਤੁਸੀਂ ਦਿਨ ਦੇ ਸੁਪਨੇ ਦੇ ਤਲ 'ਤੇ ਆ ਜਾਂਦੇ ਹੋ, ਤਾਂ ਤੁਸੀਂ ਰਾਤ ਦੇ ਸੁਪਨੇ ਨੂੰ ਦੇਖ ਪਾਉਂਦੇ ਹੋ। ਤੇ ਜਦੋਂ ਦਿਨ ਦਾ ਜੋ ਤੁਸੀਂ ਸੁਪਨਾ ਦੇਖ ਰਹੇ ਹੋ, ਵਾਸਤਵਿਕ ਤਾਂ ਨਹੀਂ ਹੈ, ਸੁਪਨਾ ਹੀ ਦੇਖ ਰਹੇ ਹੋ, ਭਵਿੱਖ ਦਾ ਦੇਖ ਰਹੇ ਹੋ, ਆਉਣ ਵਾਲੇ ਸਮੇਂ ਦਾ ਕੀ ਕੀ ਕਰਨਾ ਹੈ। ਕਈ ਇਹੋ ਸੋਚਦੇ ਕਿਵੇਂ ਧਿਆਨ ਕਰਨਾ, ਕਿਵੇਂ ਸਿਮਰਨ ਕਰਨਾ, ਕਿੱਦਾਂ ਰਹਿਣਾ, ਕਿੱਦਾਂ ਆਉਣਾ, ਕਿੱਦਾਂ ਜਾਣਾ, ਉਹ ਸਾਰੀ ਸੋਚ ਚੱਲ ਰਹੀ ਹੈ, ਸੁਪਨਾ ਚੱਲ ਰਿਹਾ। ਕੋਈ ਪਿਛਲਾ ਬੀਤ ਚੁੱਕਾ ਸੁਪਨਾ ਦੁਹਰਾਉਂਦਾ ਹੈ ਮਨ। ਤੇ ਆਉਣ ਵਾਲੇ ਸੁਪਨੇ 'ਚ ਤੇ ਬੀਤੇ ਹੋਏ ਸੁਪਨੇ 'ਚ, ਤੇ ਜੋ ਸਾਹਮਣੇ ਦਿਖ ਰਿਹਾ ਹੈ ਇਹਦੇ ਬਾਰੇ ਸੋਚਦਾ ਰਹਿੰਦਾ। ਕਈ ਵਿਚਾਰਾਂ 'ਚ ਉਲਝੇ ਰਹਿੰਦੇ ਹਨ, ਵਿਚਾਰਾਂ ਦੇ ਪ੍ਰਤੀ ਜਾਗਦੇ ਹਨ, ਆਪਣੇ ਪ੍ਰਤੀ ਨਹੀਂ। ਵਿਚਾਰਕ ਹੁੰਦੇ ਹਨ ਵਿਚਾਰਾਂ ਦੇ ਪ੍ਰਤੀ। ਤੇ ਜਿਹੜਾ ਆਪਣੇ ਪ੍ਰਤੀ ਜਾਗਦਾ ਹੈ, ਤਾਂ ਉਹਦਾ ਫਿਰ ਸੰਸਾਰ ਵੀ ਸੁਪਨਾ ਹੋ ਜਾਂਦਾ ਹੈ। ਪਰ ਇਹ ਜਿਹੜਾ ਜਾਗਰਣ ਹੈ, ਆਪਣੇ ਪ੍ਰਤੀ ਹੋਸ਼ਪੂਰਨ ਰਹਿਣਾ ਹੈ, ਅਵੇਅਰਨੈਸ ਜਿਹਨੂੰ ਕਹਿ ਦਿੰਦੇ ਹੋ ਅਜੋਕੇ ਸਮੇਂ 'ਚ,
ਉਹ ਲਗਾਤਾਰ ਹੋਵੇਗੀ ਤਾਂ ਤੁਸੀਂ ਜਾਗੋਗੇ। ਥੋੜ੍ਹਾ ਚਿਰ ਧਿਆਨ ਕਰਕੇ ਨਹੀਂ, ਥੋੜ੍ਹਾ ਚਿਰ ਸਿਮਰਨ ਕਰਕੇ ਨਹੀਂ, ਕੰਟੀਨਿਊ। ਉਹਨੂੰ ਹੀ ਕਿਹਾ ਹੈ, 8 ਪੈਰ ਸਿਮਰੋ ਗੋਬਿੰਦ, ਊਠਤ ਬੈਠਤ ਸੋਵਤ ਨਾਮ। ਕਈ ਵਾਰਾਂ ਕਿਹਾ ਹੈ, ਸਾਸ ਗਰਾਸ ਧਿਆਏ ਮੇਰਾ ਹਰ ਹਰ। ਪਰਮਾਤਮਾ ਦਾ ਧਿਆਨ, ਸਾਸ ਗਰਾਸ ਭਾਵ ਕਿ ਲਗਾਤਾਰ ਹੀ। ਤੇ ਲਗਾਤਾਰ ਜਿਹੜਾ ਧਿਆਨ ਕਰੇਗਾ ਆਪਣੇ ਅੰਦਰ ਦਾ, ਅੰਦਰੋਂ ਹੋਸ਼ ਪੂਰਨ ਰਹੇਗਾ, ਆਪਣੇ ਪ੍ਰਤੀ ਹੋਸ਼ ਪੂਰਨ ਰਹੇਗਾ, ਉਹ ਹੌਲੀ 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 ਜਾਗੇਗਾ। ਅਤੇ ਇਹ 8 ਪਹਿਰ ਦਾ ਧਿਆਨ, ਜਿਵੇਂ ਮਹਾਂਪੁਰਸ਼ ਕਹਿ ਰਹੇ ਹਨ ਵੀ ਲਗਾਤਾਰ ਹੋਸ਼ਪੂਰਵਕ ਰਹਿਣਾ, ਵਿਚਾਰ ਨਹੀਂ ਕਰਨਾ ਸੰਸਾਰ ਪ੍ਰਤੀ, ਧਿਆਨ ਹਟਾਉਣਾ ਹੈ ਸੰਸਾਰ ਵੱਲੋਂ ਅਤੇ ਆਪਣੇ ਵੱਲ ਧਿਆਨ ਲਿਆਉਣਾ ਹੈ। ਅਤੇ ਮੈਂ ਇਹੋ ਕਹਿਣਾ ਵੀ ਅਗਰ ਸੰਸਾਰ ਨੂੰ ਤੁਸੀਂ ਝੂਠ ਜਾਣੋਗੇ, ਅਸੱਤ ਜਾਣੋਗੇ, ਮਿੱਥਿਆ ਜਾਣੋਗੇ, ਵਿਅਰਥ ਜਾਣੋਗੇ, ਅਤੇ ਸਿਖਾਲਾ ਹੈ ਤੁਹਾਨੂੰ ਧਿਆਨ ਹਟਾਉਣਾ ਵੀ ਕੁਛ ਵੀ ਨਹੀਂ ਹੈ, ਵੀ ਭੱਜ ਦੌੜ ਹੈ। ਅਤੇ ਤੁਹਾਨੂੰ ਧਿਆਨ ਹਟਾਉਣਾ ਸਿਖਾਲਾ ਹੋ ਜਾਵੇਗਾ ਅਤੇ ਤੁਸੀਂ ਹੌਲੀ ਹੌਲੀ ਆਪਣੇ ਪ੍ਰਤੀ ਫਿਰ ਜਾਗਣਾ ਸ਼ੁਰੂ ਹੋ ਜਾਓਗੇ। ਅਤੇ ਲਗਾਤਾਰ ਬਾਹਰੋਂ ਧਿਆਨ ਹਟਾਉਣਾ ਹੋਵੇਗਾ। ਇਹਨੂੰ ਸਿਮਰਨ ਕਹਿੰਦੇ ਹਨ, ਧਿਆਨ ਕਹਿ ਦਿੰਦੇ ਆ। ਇਹ ਧਿਆਨ ਦਾ ਮਾਰਗ। ਫਿਰ ਕੁਛ ਕੁ ਸਰੋਤੇ ਐਸੇ ਹਨ, ਜਾਂ ਕਹਿ ਲਈਏ ਮਨੁੱਖ ਐਸੇ ਹਨ ਵੀ ਜਿਹੜੇ ਧਿਆਨ ਨਹੀਂ ਕਰ ਸਕਦੇ ਹਨ। ਤਾਂ ਉਹਨਾਂ ਵਾਸਤੇ ਵੀ ਕੋਈ ਮਾਰਗ ਹੋਵੇਗਾ ਨਾ। ਤੋ ਉਸ ਮਾਰਗ ਦੀ ਗੱਲ ਪਿਛਲੇ ਸਤਿਗੁਰਾਂ ਨੇ ਬਹੁਤ ਕੀਤੀ ਹੈ। ਉਹ ਮਾਰਗ ਹੈ ਸੇਵਾ। ਅਤੇ ਉਹ ਦੋਵਾਂ ਮਾਰਗਾਂ ਦੀ ਗੱਲ ਕਰਦੇ ਸਨ ਉਸ ਸਮੇਂ ਸਤਿਗੁਰੂ। ਦੇਖੋ ਤਦੇ ਪ੍ਰਚਲਿਤ ਹੈ ਨਾ, ਸਿਮਰਨ ਅਤੇ ਸੇਵਾ। ਭਾਵ ਕਿ ਕੁਛ ਕੁ ਜਗਿਆਸੂ ਐਸੇ ਆਉਂਦੇ ਸਨ ਜਿਹੜੇ ਸੇਵਾ ਨਹੀਂ ਸੀ ਕਰ ਸਕਦੇ, ਸੇਵਾ ਦੇ ਮਾਰਗ 'ਤੇ ਨਹੀਂ ਚੱਲ ਸਕਦੇ ਸਨ। ਜਿਵੇਂ ਪਰਮਾਤਮਾ ਨੇ ਇਹ ਜੋ ਸ੍ਰਿਸ਼ਟੀ ਪੈਦਾ ਕੀਤੀ ਹੈ, ਇਹਦੇ 2 ਪੱਖ ਹਨ, ਇਸਤਰੀ ਅਤੇ ਪੁਰਸ਼, ਨੈਗੇਟਿਵ ਅਤੇ ਪੋਜੀਟਿਵ। ਇਵੇਂ ਹੀ 2 ਤਰ੍ਹਾਂ ਦੀ ਹੀ ਸਾਧਨਾ ਹੈ, ਜਾਗਰਤ ਪੁਰਸ਼ ਦੱਸਦੇ ਹਨ ਜਿਨ੍ਹਾਂ ਨੇ ਜਾਣਿਆ। ਇੱਕ ਹੈ ਪੁਰਸ਼ ਚਿੱਤ ਸਾਧਨਾ, ਇੱਕ ਹੈ ਇਸਤਰੀ ਚਿੱਤ ਸਾਧਨਾ। ਅਤੇ ਪੁਰਸ਼ ਚਿੱਤ ਸਾਧਨਾ ਐਸੀ ਨਹੀਂ ਹੈ ਪੁਰਸ਼ਾਂ ਵਾਸਤੇ ਹੀ ਹੈ, ਇਸਤਰੀਆਂ ਵੀ ਪੁਰਸ਼ ਚਿੱਤ ਹੁੰਦੀਆਂ ਹਨ ਜਿਹਦੀਆਂ ਬੌਧਿਕ ਤਲ 'ਤੇ ਜੀਂਦੀਆਂ ਹਨ। ਅਤੇ ਇਸਤਰੀ ਚਿੱਤ ਸਾਧਨਾ ਬਹੁਤ ਸਾਰੇ ਪੁਰਸ਼ ਵੀ ਕਰਦੇ ਹਨ, ਕਰ ਸਕਦੇ ਹਨ, ਜਿਨ੍ਹਾਂ ਦਾ ਚਿੱਤ ਇਸਤਰੀਣ ਹੁੰਦਾ ਹੈ, ਭਗਤੀ ਭਾਵਨਾ ਵਾਲੇ ਹੁੰਦੇ ਹਨ। ਜਿਵੇਂ ਇਹ ਜਗਮੋਹਨ ਸਿੰਘ ਹਨ, ਇਹ ਦੇਖੋ ਇਸਤਰੀਆਂ ਦੇ ਸਾਰੇ ਹੀ ਜਿਹੜੇ ਘਰ ਦੇ ਕੰਮ ਹਨ ਨਾ, ਉਹ ਬਾਖੂਬੀ ਕਰ ਲੈਂਦੇ ਹਨ ਅਤੇ ਵੈਸੇ ਹੀ ਕਰਦੇ ਹਨ, ਬਹੁਤ ਪ੍ਰੀਤ ਦੇ ਨਾਲ। ਵੈਸੇ ਤਾਂ ਜ਼ਿਆਦਾ ਪੜ੍ਹਿਆ ਲਿਖਿਆ ਆਦਮੀ ਇਸਤਰੀਆਂ ਦੇ ਕੰਮ ਕਰਨਾ ਪਸੰਦ ਨਹੀਂ ਕਰਦਾ ਹੈ, ਪਰ ਇਹਨਾਂ ਨੂੰ ਕੋਈ ਸ਼ੰਗ ਸ਼ਰਮ ਨਹੀਂ ਹੈ। ਇਹਨਾਂ ਵਾਸਤੇ ਬੜੇ ਸਹਿਜ ਹਨ, ਇਹਨਾਂ ਦਾ ਭਗਤੀ ਮਾਰਗ। ਪਰ ਇਹ ਕੋਸ਼ਿਸ਼ ਕਰ ਰਹੇ ਹਨ ਧਿਆਨ ਦੇ ਮਾਰਗ 'ਤੇ ਚੱਲਣ ਦੀ, ਇਸ ਕਰਕੇ ਇਹਨਾਂ ਨੂੰ ਪ੍ਰੋਬਲਮ ਵੀ ਆ ਰਹੀ ਹੈ। ਮੈਂ ਦੇਖਿਆ ਕਈ ਵਾਰ ਮੈਨੂੰ ਬੈਠੇ ਹੋਏ ਨੂੰ ਦੇਖ ਕੇ ਇਹ ਵੀ ਕੋਲ ਆ ਕੇ ਬੈਠ ਜਾਂਦਾ ਅੱਖਾਂ ਬੰਦ ਕਰਕੇ, ਅਤੇ ਕੋਸ਼ਿਸ਼ ਕਰਦਾ ਧਿਆਨ ਕਰਨ ਦੀ ਵੀ ਸ਼ਾਇਦ ਇਹ ਵੀ ਧਿਆਨ ਕਰ ਰਹੇ ਹਨ। ਮੈਂ ਕੋਈ ਧਿਆਨ ਥੋੜ੍ਹੀ ਕਰ ਰਿਹਾ ਹੁੰਦਾ, ਮੈਂ ਤਾਂ ਧਿਆਨ ਹਟਾ ਕੇ ਬੈਠ ਜਾਂਦਾ। ਇਸ ਕਰਕੇ ਕਈ ਵਾਰ ਅੱਖਾਂ ਖੁੱਲ੍ਹੀਆਂ ਵੀ ਰਹਿੰਦੀਆਂ ਹਨ
ਅਗਰ ਧਿਆਨ ਤੁਹਾਡਾ ਬਾਹਰ ਨਾ ਹੋਵੇ ਤੇ ਤੁਹਾਨੂੰ ਨਾ ਦੇਖੇ ਬਰਾਬਰ ਹੀ ਹੋ ਜਾਂਦਾ ਹੈ। ਬਾਹਰ ਧਿਆਨ ਕਰਕੇ ਤੁਸੀਂ ਦੇਖਦੇ ਹੋ, ਫਿਰ ਸੋਚਦੇ ਹੋ ਤਾਂ ਮਨ ਚੱਲਦਾ ਹੈ। ਅਗਰ ਧਿਆਨ ਬਾਹਰ ਨਾ ਹੋਵੇ ਤੇ ਅੱਖਾਂ ਵੀ ਖੁੱਲ੍ਹੀਆਂ ਰਹਿਣ, ਤਦੇ ਕਹਿੰਦੇ ਨਾ ਜਾਗਰਤ ਪੁਰਸ਼ ਦੇਖਦੇ ਹੋਏ ਵੀ ਨਹੀਂ ਦੇਖਦੇ ਹਨ। ਭਾਵ ਕਿ ਉਹਨਾਂ ਦਾ ਹੋਸ਼ ਬਾਹਰ ਨਹੀਂ ਹੁੰਦਾ ਹੈ, ਅੰਦਰ ਹੁੰਦਾ ਹੈ। ਧਿਆਨ ਅੰਦਰ ਹੁੰਦਾ, ਅੰਦਰੋਂ ਜਾਗ ਰਹੇ ਹੁੰਦੇ ਹਨ। ਇਸ ਕਰਕੇ ਬਹੁਤਾ ਖਿਆਲ ਬਾਹਰ ਨਹੀਂ ਰੱਖਦੇ ਹਨ। ਅਤੇ ਮੇਰੇ ਕੋਲ ਬੈਠ ਜਾਂਦਾ ਇਹ ਖਿਆਲ ਕਰਕੇ ਵੀ ਇਹ ਧਿਆਨ ਕਰ ਰਹੇ ਹਨ, ਅਤੇ ਕੋਸ਼ਿਸ਼ ਕਰਦਾ ਧਿਆਨ ਕਰਨ ਦੀ, ਅਤੇ ਇਹਦਾ ਧਿਆਨ ਸਰੀਰ 'ਤੇ ਜਾ ਲੱਗਦਾ। ਸਰੀਰ ਨੂੰ ਬੜੀ ਤਕਲੀਫ ਹੁੰਦੀ, ਕਿਉਂਕਿ ਸਰੀਰ ਧਿਆਨ ਵਾਸਤੇ ਤਿਆਰ ਨਹੀਂ ਹੈ। ਇਹ ਵੀ ਗੱਲ ਖਿਆਲ ਵਿੱਚ ਰੱਖਣ ਯੋਗ ਹੈ। ਸਾਰਿਆਂ ਦਾ ਸਰੀਰ ਧਿਆਨ ਵਾਸਤੇ ਵੀ ਤਿਆਰ ਨਹੀਂ ਹੁੰਦਾ ਹੈ, ਇਹ ਤਿਆਰ ਕਰਨਾ ਪੈਂਦਾ ਹੈ। ਜਿਵੇਂ ਪੁਰਾਣੇ ਯੋਗੀ ਸਨ, ਉਹ ਪ੍ਰਾਣਾਯਾਮ ਵਗੈਰਾ ਕਰਦੇ ਸਨ ਬਹੁਤ ਢੰਗ ਦੇ। ਉਹ ਇਸੇ ਕਰਕੇ ਕਰਦੇ ਸਨ ਨਾ, ਸਰੀਰਕ ਸ਼ੁੱਧੀ। ਸਰੀਰ ਨੂੰ ਤਿਆਰ ਕਰਨਾ ਹੈ, ਧਿਆਨ ਯੋਗ ਪਹਿਲਾਂ ਬਣਾਉਣਾ ਹੈ, ਕਿਉਂਕਿ ਇੱਕਦਮ ਇਹਦੇ 'ਚ ਐਨਰਜੀ ਜਾਗੇਗੀ ਅਤੇ ਸੰਭਾਲ ਨਹੀਂ ਪਾਵੇਗਾ। ਇਸ ਕਰਕੇ ਬਹੁਤ ਲੋਕ ਵਿਕਸ਼ਿਪਤ ਵੀ ਹੋ ਜਾਂਦੇ ਆ, ਕਿਉਂਕਿ ਇੰਨੀ ਊਰਜਾ ਦਿਮਾਗ 'ਤੇ ਚੜ੍ਹ ਗਈ, ਦਿਮਾਗ ਖਰਾਬ ਹੋ ਜਾਂਦਾ। ਅਤੇ ਸਰੀਰ ਤਿਆਰ ਨਹੀਂ ਹੁੰਦਾ ਹੈ ਬਹੁਤਿਆਂ ਦਾ, ਅਤੇ ਤਿਆਰ ਕੀਤਾ ਜਾਂਦਾ ਹੈ ਧਿਆਨ ਵਾਸਤੇ, ਪਰ ਕਈਆਂ ਦਾ ਹੁੰਦਾ ਵੀ ਨਹੀਂ ਹੈ। ਉਹਨਾਂ ਦਾ ਸਹਿਜ ਸੁਭਾਅ ਆ, ਭਗਤੀ ਭਾਵਨਾ ਦਾ ਹੈ। ਫਿਰ ਜ਼ਬਰਦਸਤੀ ਅਗਰ ਕੋਈ ਧਿਆਨ ਕਰੀ ਵੀ ਜਾਵੇ, ਸਰੀਰ ਦੀ ਨਾ ਪ੍ਰਵਾਹ ਕਰੇ, ਅਤੇ ਹੌਲੀ ਹੌਲੀ ਥੋੜ੍ਹਾ ਬਹੁਤਾ ਤਿਆਰ ਵੀ ਹੋ ਜਾਵੇਗਾ, ਕੋਸ਼ਿਸ਼ ਕੀਤਿਆਂ ਹੋ ਹੀ ਜਾਵੇਗਾ, ਪਰ ਉਹਦੇ ਨਾਲ ਉਪਲਬਧੀ ਨਹੀਂ ਹੋਵੇਗੀ, ਕਿਉਂਕਿ ਸਰੀਰ ਤੋਂ ਪੂਰਾ ਛੁਟਕਾਰਾ ਨਹੀਂ ਹੋਵੇਗਾ। ਸਰੀਰ ਤਾਂ ਤਿਆਰ ਹੋ ਜਾਵੇਗਾ। ਜੋ ਤਨ ਉਪਜਿਆ ਸੰਗ ਹੀ ਸੋ ਪੀ ਸੰਗ ਨਾ ਹੋਇਆ। ਇਹ ਤਨ, ਇਹ ਸੰਗ ਛੱਡਣਾ ਹੈ ਇਹਦਾ ਵੀ, ਅਤੇ ਤਨ ਦੇ ਸੰਗ ਕਰਕੇ ਹੀ ਆਦਮੀ ਭਵਿੱਖ ਦੀ ਵੀ ਸੋਚਦਾ ਹੈ, ਸਰੀਰਕ ਸੁੱਖ ਸੁਵਿਧਾ ਵਾਸਤੇ ਸੋਚਦਾ ਹੈ ਨਾ। ਅਤੇ ਭਗਤੀ ਭਾਵਨਾ ਦੇ ਮਾਰਗ 'ਤੇ ਇਹੋ ਹੀ ਸਾਰਿਆਂ ਨੂੰ ਵੱਡਾ ਅੜਿੱਕਾ ਹੈ, ਸਰੀਰਕ ਸੁੱਖ ਸੁਵਿਧਾ। ਮੈਂ ਦੇਖਿਆ ਹੈ ਨਾ, ਕਈ ਜਗਿਆਸੂ ਭਾਵਨਾ ਵਾਲੇ ਸ਼ਾਂਤ ਵੇਲੇ ਵੀ ਆਉਣਗੇ, ਅਤੇ ਉੱਥੇ ਵੀ ਦੇਖਣਗੇ ਕਿ ਸੁੱਖ ਸੁਵਿਧਾ ਨਹੀਂ ਹੈ। ਭਾਵ ਕਿ ਸਾਡੇ ਮੁਤਾਬਕ ਰਹਿਣਾ ਨਹੀਂ ਹੈ, ਸਾਡੇ ਮੁਤਾਬਕ ਖਾਣਾ ਨਹੀਂ ਹੈ, ਸਾਡੇ ਮੁਤਾਬਕ ਮਾਹੌਲ ਨਹੀਂ, ਕਿਉਂਕਿ ਹਰ ਇੱਕ ਆਪਣੇ ਆਪਣੇ ਢੰਗ ਦੇ ਨਾਲ ਸੰਸਾਰ ਵਿੱਚ ਰਿਹਾ ਹੈ, ਅਤੇ ਉਹਦੀਆਂ ਵੈਸੀਆਂ ਵੈਸੀਆਂ ਆਦਤਾਂ ਮਨ ਦੀਆਂ ਪੱਕੀਆਂ ਹੋਈਆਂ ਹਨ ਰਹਿਣ ਦੀਆਂ ਵੀ। ਤੋ ਉਹ ਆਦਤਾਂ ਜਿਹੜੀਆਂ ਹਨ ਉਹ ਬਹੁਤ ਵੱਡਾ ਅੜਿੱਕਾ ਹਨ। ਜਿਵੇਂ ਕੋਈ ਬਹੁਤ ਜ਼ਿਆਦਾ ਸੁੱਖ ਸੁਵਿਧਾ ਦੇ ਵਿੱਚ ਰਿਹਾ ਹੈ, ਅਤੇ ਇੱਥੇ ਤਾਂ ਕੋਈ ਸੁੱਖ ਸੁਵਿਧਾ ਹੈ ਨਹੀਂ, ਤੋ ਕਹੇਗਾ ਵੀ ਮੇਰੇ ਲਾਇਕ ਰਹਿਣ ਨੂੰ ਇੱਥੇ ਸੁੱਖ ਸੁਵਿਧਾ ਨਹੀਂ ਹੈ ਜਿੱਦਾਂ ਦਾ ਮੈਨੂੰ ਚਾਹੀਦਾ ਰਹਿਣ ਵਾਸਤੇ। ਅਤੇ ਜਿਹੜਾ ਹੁਣ ਇਹ ਸੁੱਖ ਸੁਵਿਧਾ ਹੀ ਟੋਲ ਰਿਹਾ ਹੈ, ਸਤਿਪੁਰਖਾਂ ਕੋਲ ਆਣ ਕੇ ਵੀ, ਤਾਂ ਉਹਦਾ ਭਾਵ ਉਹ ਸੰਸਾਰੀ ਹੈ। ਉਹਨੇ ਜੇ ਸੰਸਾਰ ਭੋਗਿਆ ਨਹੀਂ, ਸੰਸਾਰ ਦੀਆਂ ਸੁੱਖ ਸੁਵਿਧਾਵਾਂ ਭੋਗੀਆਂ ਨਹੀਂ। ਜਿਹੜਾ ਭੋਗ ਲੈਂਦਾ ਹੈ ਨਾ ਸਾਰੀਆਂ ਸੁੱਖ ਸੁਵਿਧਾਵਾਂ ਸੰਸਾਰ ਦੀਆਂ, ਉਹ ਚੱਲਦਾ ਹੈ ਨਾਲ ਫਕੀਰਾਂ ਦੇ। ਜਿਹਨੇ ਸਾਰੀਆਂ ਸੁੱਖ ਸੁਵਿਧਾਵਾਂ ਸੰਸਾਰ ਦੀਆਂ ਭੋਗ ਲਈਆਂ, ਜਾਣ ਲਿਆ ਵੀ ਕਿਸੇ ਵੀ ਸੁੱਖ ਸੁਵਿਧਾ ਦੇ ਵਿੱਚ ਸੁੱਖ ਨਹੀਂ ਹੈ, ਤੋ ਸਾਰੀਆਂ ਸੁੱਖ ਸੁਵਿਧਾਵਾਂ ਛੱਡ ਕੇ
ਚੱਲਣ ਨੂੰ ਤਿਆਰ ਹੋ ਗਏ। ਫਿਰ ਮੈਂ ਇਸ ਸੁੱਖ ਸੁਵਿਧਾ ਨੂੰ ਵੀ ਛੱਡ ਦੇਣਾ ਹੈ, ਜਿਹੜੀ ਦੀ ਮੈਂ ਗੱਲ ਕਰ ਰਿਹਾ ਸੀ ਨਾ ਵੀ ਕੱਚਾ ਮਕਾਨ ਹੈ। ਦੇਖੋ, ਧਿਆਨ ਦੁਬਾਰਾ ਮਨ ਨੂੰ ਸੁੱਖ ਸੁਵਿਧਾ ਤੋਂ ਹਟਾਉਂਦਾ ਹੈ। ਹੁਣ ਧਿਆਨ ਲਗਾਤਾਰ ਕਰਨ ਨੂੰ ਤਾਂ ਨਹੀਂ ਚਿੱਤ ਕਰਦਾ, ਮਨ ਤੇ ਬਾਹਰ ਦੇ ਸੁੱਖ ਭੋਗਣੇ ਚਾਹੁੰਦਾ ਹੈ ਨਾ, ਉਹ ਛੱਡ ਕੇ ਧਿਆਨ ਕਰਦਾ। ਅਤੇ ਭਗਤ ਬਾਹਰੀ ਸੁੱਖ ਸੁਵਿਧਾ ਦਾ ਤਿਆਗ ਕਰਦਾ ਹੈ ਅਤੇ ਮਨ ਦੀਆਂ ਆਦਤਾਂ ਛੁੱਟਦੀਆਂ ਹਨ ਅਤੇ ਮਨ ਛੁੱਟਦਾ ਹੈ, ਮਨ ਮਰਦਾ ਹੈ। ਹੁਣ ਜਿਵੇਂ ਕੋਈ ਮੇਰੇ ਨਾਲ ਹੀ ਰਹਿੰਦਾ ਹੈ ਕੋਲੇ ਹੀ, ਤਾਂ ਉਹਦੇ ਟੈਲੀਫੋਨ ਕਰਨ ਦੀ ਥੋੜ੍ਹੀ ਜਿਹੀ ਆਦਤ ਘੱਟ ਜਾਂਦੀ। ਮੇਰੇ ਤੋਂ ਸੰਕੋਚ ਕਰਦੇ ਹਨ ਬਹੁਤ, ਕਈ ਟੈਲੀਫੋਨ ਬੰਦ ਕਰ ਦਿੰਦੇ ਆਏ ਵੀ ਬਾਬੇ ਕੀ ਕਹਿਣਗੇ, ਵੀ ਇਹ ਤਾਂ ਕਰਦੇ ਨਹੀਂ ਇਹ ਫੋਨ ਕਦੀ ਬਹੁਤਾ ਸੁਣਦੇ ਹਨ। ਅਤੇ ਉਹਦੀ ਟੈਲੀਫੋਨ ਦੀ ਆਦਤ ਜਿਹੜੀ ਹੈ ਨਾ ਉਹ ਘੱਟਦੀ ਹੈ। ਅਤੇ ਜਿਹੜਾ ਛੱਡਣਾ ਹੀ ਨਹੀਂ ਚਾਹੁੰਦਾ ਹੈ ਟੈਲੀਫੋਨ ਦੀ ਆਦਤ, ਉਹਦੇ ਨਾਲ ਰਹਿਣਾ ਵੀ ਜ਼ਿਆਦਾ, ਕੋਲੇ ਰਹਿਣਾ ਬੜਾ ਔਖਾ ਹੈ। ਇਵੇਂ ਹੀ ਸੁੱਖ ਸੁਵਿਧਾ ਦੀਆਂ ਆਦਤਾਂ ਛੁੱਟਦੀਆਂ ਹਨ। ਦਰਅਸਲ ਮਨ ਆਪਣੇ ਅਨੁਕੂਲ ਜੀਣਾ ਚਾਹੁੰਦਾ ਹੈ, ਅਤੇ ਸਤਿਪੁਰਸ਼ ਕਹਿੰਦੇ ਹਨ ਵੀ ਤੂੰ ਆਪਣੇ ਮਨ ਦੇ ਅਨੁਕੂਲ ਜੀਂਦਾ ਰਿਹਾ ਅਤੇ ਤੂੰ ਮਨ ਤੋਂ ਮੁਕਤ ਨਹੀਂ ਹੋ ਸਕਦਾ। ਅਤੇ ਮਨ ਤੋਂ ਮੁਕਤ ਹੋਣ ਵਾਸਤੇ ਮਨ ਦੇ ਅਨੁਕੂਲ ਨਹੀਂ ਜੀਣਾ ਹੈ, ਗੁਰੂ ਦੇ ਅਨੁਕੂਲ ਜੀਣਾ ਹੈ। ਅਤੇ ਉਹ ਥੋੜ੍ਹਾ ਜਿਹਾ ਕਠਿਨ ਹੈ, ਕਿਉਂਕਿ ਮਨ ਦੀ ਮੌਤ ਹੈ।